ਇੱਕ ਓਂਕਾਰ ਸਤਿਗੁਰ ਪ੍ਰਸਾਦ। ਤਨਾਸਰੀ ਮਹਲਾ ਨੌਵਾਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਵਾਲੇ ਪਾ, ਤੋਹੀ ਸੰਗ ਸਮਾਈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ ਰਹਾਉ। ਉਪਮਧ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਤੋਂ ਮਨੁੱਖ ਨੂੰ ਇਸ ਗੱਲ ਦੀ ਸੋਚੀ ਹੋਈ ਕਿ ਇਸ ਸ੍ਰਿਸ਼ਟੀ ਦਾ ਕਰਤਾ ਪਰਮਾਤਮਾ ਹੈ, ਤਦ ਤੋਂ ਉਸਦੇ ਮਨ ਵਿੱਚ ਇਹ ਜਾਣਨ ਦੀ ਹਮੇਸ਼ਾ ਇੱਛਾ ਰਹੀ ਕਿ ਉਸ ਪਰਮਾਤਮਾ ਦਾ ਨਿਵਾਸ ਕਿਸ ਸਥਾਨ ਉੱਤੇ ਹੈ। ਉਹ ਕਿਹੜੀ ਜਗ੍ਹਾ ਹੈ ਜਿੱਥੇ ਪਰਮਾਤਮਾ ਵਸਦਾ ਹੈ, ਜਿੱਥੇ ਪਰਮਾਤਮਾ ਦੀ ਰਿਹਾਇਸ਼ ਹੈ। ਵੱਖੋ ਵੱਖਰੇ ਵਿਚਾਰਵਾਨਾਂ ਨੇ ਪਰਮਾਤਮਾ ਦੀ ਰਿਹਾਇਸ਼ ਬਾਰੇ, ਉਸ ਜਗ੍ਹਾ ਬਾਰੇ ਜਿਸ ਥਾਂ ਤੇ ਪਰਮਾਤਮਾ ਦਾ ਨਿਵਾਸ ਅਸਥਾਨ ਹੈ, ਵੱਖੋ ਵੱਖਰੇ ਵਿਚਾਰ ਦਿੱਤੇ ਹਨ। ਉਸ ਪਰਮਾਤਮਾ ਦੀ ਖੋਜ ਵਾਸਤੇ ਮਨੁੱਖ ਵੱਖੋ ਵੱਖਰੀਆਂ ਥਾਵਾਂ ਉੱਤੇ ਜਾਂਦਾ ਰਿਹਾ ਹੈ। ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਇੱਕ ਆਮ ਜੋ ਵਰਤਾਰਾ ਵੇਖਣ ਵਿੱਚ ਆਉਂਦਾ ਰਿਹਾ ਹੈ, ਹੁਣ ਵੀ ਹੈ, ਕਿ ਮਨੁੱਖ ਉਜਾੜਾਂ ਵਿੱਚ, ਪਹਾੜਾਂ ਵਿੱਚ ਜਾਂ ਜੰਗਲਾਂ ਵਿੱਚ ਪਰਮਾਤਮਾ ਦੀ ਖੋਜ ਕਰਨ ਜਾਂਦਾ ਹੈ। ਜਾਂ ਇਸ ਤਰ੍ਹਾਂ ਕਹਿ ਲਓ ਕਿ ਉਜਾੜਾਂ, ਜੰਗਲਾਂ ਜਾਂ ਪਹਾੜਾਂ ਵਿੱਚ ਜਾ ਕੇ ਉਹ ਐਸੀਆਂ ਸਾਧਨਾਵਾਂ ਕਰਨਾ ਚਾਹੁੰਦਾ ਹੈ ਜਿਸ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ। ਪਰ ਕੀ ਪਰਮਾਤਮਾ ਕਿਸੇ ਸਥਾਨ ਵਿਸ਼ੇਸ਼ ਤੇ ਰਹਿ ਰਿਹਾ ਹੈ, ਜੰਗਲਾਂ ਵਿੱਚ ਰਹਿ ਰਿਹਾ ਹੈ, ਕਿ ਜੰਗਲਾਂ ਵਿੱਚ ਜਾ ਕੇ ਹੀ ਉਸ ਦੀ ਪ੍ਰਾਪਤੀ ਹੋ ਸਕਦੀ ਹੈ? ਇਸ ਵਿਸ਼ੇ ਉੱਤੇ ਗੁਰਬਾਣੀ ਵਿੱਚ ਕਈ ਥਾਂ ਉੱਤੇ ਜ਼ਿਕਰ ਆਇਆ ਹੈ। ਜੋ ਪਵਿੱਤਰ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਅਸੀਂ ਅੱਜ ਵਿਚਾਰ ਲਈ ਚੁਣਿਆ ਹੈ, ਉਹ ਇਸੀ ਵਿਸ਼ੇ ਨਾਲ ਸੰਬੰਧਿਤ ਹੈ। ਇਸੀ ਵਿਸ਼ੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਹ ਸ਼ਬਦ ਸਾਨੂੰ ਚਾਨਣਾ ਦਿੰਦਾ ਹੈ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਨ ਕਰਦੇ ਹਨ, ਕਾਹੇ ਰੇ ਬਨ ਖੋਜਨ ਜਾਏ। ਜੇ ਪਦ ਅਰਥ ਕਰੀਏ ਤਾਂ ਕਾਹੇ ਦਾ ਅਰਥ ਹੋਇਆ ਕਿਉਂ, ਕਾਹਦੇ ਵਾਸਤੇ, ਕਿਸ ਲਈ, ਕਿਸ ਕਾਰਨ। ਰੇ ਸੰਬੋਧਨ ਹੈ ਹੇ ਦਾ, ਹੇ ਭਾਈ। ਬਨ ਦਾ ਅਰਥ ਹੋਇਆ ਜੰਗਲ, ਵਣ। ਖੋਜਨ, ਖੋਜਣ ਵਾਸਤੇ, ਲੱਭਣ ਵਾਸਤੇ, ਢੂੰਡਣ ਵਾਸਤੇ।
ਜਾਈ ਦਾ ਅਰਥ ਹੋਇਆ ਤੂੰ ਜਾਂਦਾ ਹੈ। ਕਾਹਦੇ ਵਾਸਤੇ ਹੈ ਭਰਾ ਤੂੰ ਜੰਗਲਾਂ ਵਿੱਚ ਖੋਜਣ ਲਈ ਜਾਂਦਾ ਹੈ ਉਸ ਪਰਮਾਤਮਾ ਨੂੰ? ਹੁਣ ਸਵਾਲ ਉੱਠਦਾ ਹੈ ਕਿ ਜੇ ਪਰਮਾਤਮਾ ਨੂੰ ਖੋਜਣ ਵਾਸਤੇ ਜੰਗਲਾਂ ਵਿੱਚ ਨਾ ਜਾਈਏ ਤਾਂ ਕਿੱਥੇ ਜਾਈਏ? ਜੇ ਉਹ ਪਰਮਾਤਮਾ ਜੰਗਲਾਂ ਵਿੱਚ ਨਹੀਂ ਹੈ, ਜੇ ਜੰਗਲਾਂ ਵਿੱਚ ਜਾ ਕੇ ਪਰਮਾਤਮਾ ਦੀ ਖੋਜ ਨਹੀਂ ਹੁੰਦੀ, ਤਾਂ ਤੁਸੀਂ ਦੱਸ ਦਿਓ ਕਿ ਪਰਮਾਤਮਾ ਦਾ ਨਿਵਾਸ ਕਿਸ ਥਾਂ ਤੇ ਹੈ? ਉਹ ਕਿਹੜੀ ਜਗ੍ਹਾ ਹੈ ਜਿੱਥੇ ਪਰਮਾਤਮਾ ਨਿਵਾਸ ਕਰਦਾ ਹੈ? ਅਗਲੀ ਪੰਕਤੀ ਦੇ ਵਿੱਚ ਮਹਾਰਾਜ ਨੇ ਇਸ ਸ਼ੰਕਾ ਦਾ ਜਵਾਬ ਦਿੱਤਾ, ਇਸ ਪ੍ਰਸ਼ਨ ਦਾ ਉੱਤਰ ਦਿੱਤਾ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪਰਮਾਤਮਾ ਕਿੱਥੇ ਰਿਹਾਇਸ਼ ਕਰਦਾ ਹੈ? ਉਹਦਾ ਜਵਾਬ ਹੈ ਸਰਬ ਨਿਵਾਸੀ, ਸਦਾ ਅਲੇਪਾ। ਸਰਬ ਨਿਵਾਸੀ ਦਾ ਮਤਲਬ ਹੋਇਆ ਕਿ ਜੋ ਹਰ ਥਾਂ ਤੇ ਸਰਵਤਰ ਨਿਵਾਸ ਕਰਦਾ ਹੈ, ਜੋ ਹਰ ਜਗ੍ਹਾ ਦੇ ਉੱਤੇ ਆਪਣੀ ਰਿਹਾਇਸ਼ ਰੱਖਦਾ ਹੈ। ਸਦਾ ਅਲੇਪਾ, ਹਮੇਸ਼ਾ ਹੀ ਜੋ ਅਲੇਪ ਹੈ, ਜੋ ਨਿਰਲੇਪ ਹੈ। ਤੋ ਹੀ ਤੇਰੇ ਸੰਗ ਨਾਲ, ਤੇਰੇ ਹੀ ਨਾਲ ਸਮਾਈ, ਸਮਾਇਆ ਹੋਇਆ ਹੈ। ਇਹ ਪਦ ਅਰਥ ਹੋਏ। ਤਾਂ ਪਰਮਾਤਮਾ ਦੇ ਦੋ ਲੱਛਣ ਦੱਸੇ। ਪਹਿਲਾ ਇਹ ਕਿ ਸਰਬ ਨਿਵਾਸੀ, ਉਹ ਹਰ ਜਗ੍ਹਾ ਤੇ ਨਿਵਾਸ ਕਰ ਰਿਹਾ ਹੈ। ਕੋਈ ਐਸੀ ਜਗ੍ਹਾ ਨਹੀਂ ਜੋ ਪਰਮਾਤਮਾ ਦੀ ਹੋਂਦ ਤੋਂ ਸੱਖਣੀ ਹੋਵੇ। ਕੋਈ ਐਸੀ ਜਗ੍ਹਾ ਨਹੀਂ ਜਿਸ ਬਾਰੇ ਅਸੀਂ ਕਹਿ ਸਕੀਏ ਕਿ ਇਸ ਥਾਂ ਤੇ ਪਰਮਾਤਮਾ ਨਹੀਂ ਹੈ, ਇਸ ਥਾਂ ਤੇ ਪਰਮਾਤਮਾ ਨਿਵਾਸ ਨਹੀਂ ਕਰਦਾ। ਐਸੀ ਕੋਈ ਜਗ੍ਹਾ ਅਸੀਂ ਨਹੀਂ ਦੱਸ ਸਕਦੇ। ਲੇਕਿਨ ਸਰਬ ਨਿਵਾਸੀ ਹੋਣ ਦੇ ਬਾਵਜੂਦ ਉਹ ਅਲੇਪਾ ਹੈ, ਹਮੇਸ਼ਾ ਹੀ ਨਿਰਲੇਪ ਹੈ। ਇਸ ਦਾ ਭਾਵ ਇਹ ਹੋਇਆ ਕਿ ਜਿਸ ਥਾਂ ਤੇ ਵੀ ਉਹ ਨਿਵਾਸ ਕਰਦਾ ਹੈ, ਉਸ ਥਾਂ ਦਾ ਕੋਈ ਵੀ ਦੋਸ਼ ਪਰਮਾਤਮਾ ਨੂੰ ਨਹੀਂ ਵਿਆਪਦਾ। ਤੋਹੀ ਸੰਗ ਸਮਾਈ, ਉਹ ਪਰਮਾਤਮਾ ਤੇਰੇ ਹੀ ਨਾਲ ਸਮਾਇਆ ਹੋਇਆ, ਕਿਉਂਕਿ ਉਹ ਸਰਬ ਨਿਵਾਸੀ ਹੈ। ਜੇ ਉਹ ਸਰਬ ਨਿਵਾਸੀ ਹੈ, ਜੇ ਉਹ ਹਰ ਸਥਾਨ ਤੇ ਵਿਰਾਜਮਾਨ ਹੈ, ਹਰ ਜਗ੍ਹਾ ਤੇ ਨਿਵਾਸ ਕਰ ਰਿਹਾ ਹੈ, ਤਾਂ ਉਹ ਤੇਰੇ ਅੰਦਰ ਵੀ ਨਿਵਾਸ ਕਰ ਰਿਹਾ ਹੈ। ਗੁਰਬਾਣੀ ਵਿੱਚ ਇਸ ਭਾਵ ਦੀ ਹੋਰ ਵੀ ਕਈ ਫਰਮਾਨ ਸਾਨੂੰ ਮਿਲਦੇ ਹਨ। ਸ਼ੇਖ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਬਾਬਾ ਫਰੀਦ ਜੀ ਨੇ ਵੀ ਕਿਹਾ ਹੈ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ ਬਾਹਰ ਕਿਆ ਢੂੰਡੇ। ਤੂੰ ਜੰਗਲ ਜੰਗਲ ਕੀ ਭਵਦਾ ਫਿਰਦਾ ਹੈ, ਕੀ ਭਟਕਦਾ ਫਿਰਦਾ ਹੈ? ਪੈਰਾਂ ਥੱਲੇ ਕੰਡੇ ਹੀ ਮਰੋੜਦਾ ਹੈ। ਉਹ ਪਰਮਾਤਮਾ ਹਿਰਦੇ ਵਿੱਚ ਹੀ ਵਸਦਾ ਹੈ। ਤੂੰ ਜੰਗਲ ਵਿੱਚ ਕੀ ਲੱਭਦਾ ਫਿਰਦਾ ਹੈ? ਇਹ ਸ਼ੇਖ ਫਰੀਦ ਜੀ ਦਾ ਫਰਮਾਨ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਕਿ ਸਰਬ ਨਿਵਾਸੀ ਸਦਾ ਅਲੇਪਾ। ਇਹ ਦੋ ਗੁਣ ਪਰਮਾਤਮਾ ਦੇ ਦੱਸੇ। ਇਹ ਰਹਾਉ ਦੀਆਂ ਪੰਕਤੀਆਂ ਹਨ। ਅਗਲੀਆਂ ਪੰਕਤੀਆਂ ਦੇ ਵਿੱਚ ਪਰਮਾਤਮਾ ਦੇ ਜੋ ਦੋ ਗੁਣ ਦੱਸੇ ਹਨ, ਸਰਬ ਨਿਵਾਸੀ ਦਾ ਅਤੇ ਸਦਾ ਅਲੇਪ ਹੋਣ ਦਾ, ਉਹਦੇ ਬਾਰੇ ਇੱਕ ਦ੍ਰਿਸ਼ਟਾਂਤ ਦਿੰਦੇ ਹਨ। ਇੱਕ ਦ੍ਰਿਸ਼ਟਾਂਤ ਸਰਬ ਨਿਵਾਸੀ ਹੋਣ ਦਾ ਅਤੇ ਇੱਕ ਦ੍ਰਿਸ਼ਟਾਂਤ ਸਦਾ ਅਲੇਪਾ ਹੋਣ ਦਾ। ਮਹਾਰਾਜ ਕਹਿੰਦੇ ਹਨ, ਪੂਹਪ ਮਧ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਸੰਸਕ੍ਰਿਤ ਦਾ, ਹਿੰਦੀ ਦਾ ਲਫ਼ਜ਼ ਹੈ ਪੁਸ਼ਪ। ਜਦੋਂ ਇਹ ਪ੍ਰਾਕ੍ਰਿਤ ਭਾਸ਼ਾ ਵਿੱਚ ਆਉਂਦਾ ਹੈ ਤਾਂ ਇਹ ਪੁਹਪ ਬਣ ਜਾਂਦਾ ਹੈ। ਇਸ ਦਾ ਭਾਵ ਹੁੰਦਾ ਹੈ ਫੁੱਲ। ਮਦ ਦਾ ਅਰਥ ਹੋਇਆ ਵਿੱਚ, ਜਿਉਂ ਦਾ ਅਰਥ ਹੋਇਆ ਜਿਵੇਂ, ਜਿਸ ਤਰ੍ਹਾਂ। ਬਾਸ ਦਾ ਅਰਥ ਹੋਇਆ ਮਹਿਕ, ਸੁਗੰਧ। ਬਸਤ ਦਾ ਅਰਥ ਹੋਇਆ ਵਸਣਾ, ਵਸਦੀ ਹੈ। ਤੈਸੇ ਹੀ, ਉਸੇ ਤਰ੍ਹਾਂ ਹੀ, ਉਸ ਪ੍ਰਕਾਰ ਹੀ। ਹਰ ਬਸੈ ਨਿਰੰਤਰ, ਨਿਰੰਤਰ ਦਾ ਅਰਥ ਹੋਇਆ ਲਗਾਤਾਰ, ਬਿਨਾਂ ਕਿਸੇ ਅੰਤਰ ਤੋਂ, ਬਿਨਾਂ ਕਿਸੇ ਅੰਤਰਾਲ ਤੋਂ, ਬਿਨਾਂ ਕਿਸੇ ਵਕਫੇ ਤੋਂ। ਘਟ ਦਾ ਅਰਥ ਹੋਇਆ ਘੜਾ, ਮਟਕਾ, ਜੋ ਆਮ ਤੌਰ ਤੇ ਮਨੁੱਖੀ ਸਰੀਰ ਵਾਸਤੇ, ਮਨੁੱਖੀ ਹਿਰਦੇ ਵਾਸਤੇ, ਮਨੁੱਖੀ ਅੰਤਹਿਕਰਨ ਵਾਸਤੇ ਗੁਰਬਾਣੀ ਵਿੱਚ ਥਾਂ ਥਾਂ ਤੇ ਵਰਤਿਆ ਮਿਲਦਾ ਹੈ।
खोजो का अर्थ है लभो, ढूंढो। ऊपर क्या सर्वनिवासी, तो सर्वनिवासी का दृष्टांत देंदे हुए कहते ने परमात्मा उसी प्रकार सर्वनिवासी है जिवें ਉਹ ਪਮਦ ਜਿਉ ਬਾਸ ਬਸਤ है, जिवें फुल दे विच सुगंधी वसती है। ਜਦੋਂ ਅਸੀਂ ਫੁੱਲ ਦੀ ਮਹਿਕ ਲੈਂਦੇ ਹਾਂ ਤਾਂ ਅਸੀਂ ਇਹ ਨਹੀਂ ਦੱਸ ਸਕਦੇ ਕਿ ਫੁੱਲ ਦੇ ਕਿਹੜੇ ਹਿੱਸੇ ਵਿੱਚ ਮਹਿਕ ਹੈ, ਮਹਿਕ ਦਾ ਨਿਵਾਸ ਫੁੱਲ ਦੇ ਕਿਹੜੇ ਹਿੱਸੇ ਵਿੱਚ ਹੈ। ਕਿ ਫੁੱਲ ਦਾ ਕੋਈ ਐਸਾ ਹਿੱਸਾ ਹੈ ਜਿਹਦੇ ਵਿੱਚ ਮਹਿਕ ਨਹੀਂ ਹੈ। ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਮਹਿਕ ਇੱਕ ਰਸ ਪੂਰੇ ਫੁੱਲ ਦੇ ਵਿੱਚ ਸਮਾਈ ਹੋਈ ਹੈ। ਫੁੱਲ ਦਾ ਕੋਈ ਹਿੱਸਾ ਐਸਾ ਨਹੀਂ ਜਿਸ ਵਿੱਚ ਮਹਿਕ ਨਾ ਹੋਵੇ। इसी प्रकार परमात्मा सर्वनिवासी है, पूरी सृष्टि का, पूरी कायनात का, इस ब्रह्मांड का कोई हिस्सा ऐसा नहीं जिस विच परमात्मा ना मौजूद हो। जिवें पूरे फुल दे विच महक समाई हुई है, इसी प्रकार पूरे ब्रह्मांड दे विच हर थां दे उत्ते अकाल पुरख समाया हुआ है। गुरबाणी विच परमात्मा दे सर्वनिवासी होने बारे होर भी दृष्टांत दिते गए मिलते हैं। गुरु तेग बहादुर साहब महाराज के बहुपमद जो बास बसत है दृष्टांत के नाल होर दृष्टांत सानू इस प्रकार मिलते हैं। जिवें गुरु अर्जन देव जी ने कहा है, सगल बनस्पत मह बैसंतर सगल दूध में किया, ऊच नीच में जोत समाणी घट घट मद हो जिया। जिवें सारी वनस्पति दे विच अग गुप्त रूप विच वसी हुई है, समाई हुई है। जदों असीं संजम नाल दो लकड़ियां नूं रगड़ीए तो उस विचों अग प्रगट हुंदी है, नहीं तो अग पूरी वनस्पति विच गुप्त होकर समाई हुई। दूजा दृष्टांत दिता होया दूध माहे जिवें घीआ है, सकल दूध में घीआ। दुध दे विच घिओ समाया होया है, लेकिन जो संजम नाल दुध नूं दही बनाया जाए, उसनूं रिड़किया जाए, उसका मक्खण प्राप्त होंदा, उस मक्खण तो घी बनता है। लेकिन मूल रूप विच वो घिओ पूरे दुध विच समाया होया है। परमात्मा भी इसी तरीके नाल पूरी सृष्टि दे विच समाया होया है। सर्वनिवासी का क्या दिता? गुरु तेग बहादुर साहब ने दृष्टांत भी दे दिता, जिवें फुल दे विच खुशबू। और हुण इत्थे मन में शंका पैदा हो सकती है कि जे परमात्मा फुल विच खुशबू वांग समाया होया है, तां कि फुल दे नष्ट होण वांग जिवें खुशबू नष्ट हो जाती है। जे फुल सुक जाए, मुरझा जाए, फुल खत्म हो जाए, नष्ट हो जाए, तो खुशबू भी खत्म हो जाती है। तो कि इसका यह भाव है कि सारी सृष्टि खत्म होने नाल परमात्मा भी खत्म हो जाता है? इसके जवाब विच अगला दृष्टांत है सदा अलेपा होने का। वो कहते ने नहीं, परमात्मा नष्ट नहीं हुंदा, उसी तरीके नाल नष्ट नहीं हुंदा जिवें मुकर माहे जैसे छाई। मुकर कहते ने आईने नूं, शीशे नूं, छाई उस अक्स। जदों असीं शीशा देखते हाँ, आईना वेखते हाँ, साडी जो परछावी आईने विच पैंदी है, वो अक्स, वो छाई हुंदी है। परमात्मा इसी प्रकार अलेप है सर्वनिवासी हो के भी, जिवें आईने दे विच पई हुई साडी छाई, साडी परछाई, साडा अक्स। जे आईना टुट जाए तो असी नहीं नष्ट हो जाते। आईने दे दो हिस्से हो जाण, सानू दो अक्स दिसण लग पैंदे हैं। साडे अपने दो अक्स दिसदे हैं, लेकिन असी तो एक हाँ ना, असी दो नहीं हाँ। आईने दे चार टुकड़े होण, सानू चार अक्स दिसदे हैं। आईने विच जो दोष आंदा है वो साडे उत्ते दोष नहीं आंदा। जे आईने ते चार हिस्से हो गए, साडे चार अक्स दिस रहे हैं, असी चार नहीं हो गए, असी तो फिर एक हाँ। आईने दे 10 टुकड़े हो जाण, साडे 10 अक्स उस विच दिसदे हैं, 10 परछाइयां उस विच दिसदियां हैं, असी 10 नहीं हो गए, असी निर्दोष, असी एक ही हाँ। इसी प्रकार जे आईने दे उत्ते धूड़ जम जाए तो साडा अक्स साफ नहीं दिसदा, साडा अक्स भी कुछ धुंधलाया दिसता है।
इसका मतलब ये नहीं कि जे आईने उत्ते धूल जम गई, उस अक्स उत्ते धूल जम गई तो साडे उत्ते भी धूल जम गई, नहीं। असी आईने दे विच साडा अक्स मौजूद है, असी उस अक्स तो आईने दे विच पै रही साडी परछावी तो असी निर्लेप हां। बिल्कुल इसी तरीके नाल परमात्मा भी इस सृष्टि दे विच जो दोष व्याप रहे हैं उन्हां दोषां तो निर्लेप है। परमात्मा सर्व निवासी होने करके सूरज विच भी मौजूद है, लेकिन इसका यह भाव नहीं कि जो सूरज विच तपिश है तो परमात्मा विच भी तपिश है। तो ही संग समाई क्या, तेरे विच भी परमात्मा समाया होया, यानी हर इंसान दे विच भी परमात्मा समाया होया, हर जीव दे विच परमात्मा समाया होया, लेकिन वो सदा अलेपा है। इसका भाव यह होया कि जे किसी परमात्मा विच, जे किसी इंसान दे विच परमात्मा समाया होया है, उस इंसान दे बीमार होने नाल परमात्मा बीमार नहीं हो जाता, उस इंसान दे जख्मी होने नाल परमात्मा जख्मी नहीं हो जाता, उस इंसान की मौत होने नाल परमात्मा की मौत नहीं हो जाती, क्योंकि वो सर्व निवासी होने के बावजूद वो निर्लेप है, अलेप है, उस उत्ते कोई दोष नहीं आता। पुहप मद जो बास बसत है, ये ठीक है कि वह पुहप दे विच, पुष्प दे विच, फुल विच उवें ही वसिया होया है जिवें महक वसी हुंदी है, लेकिन इस दे बावजूद भी वो उसी तरीके नाल निर्लेप है, मुकर माहे जैसे छाई, जिवें मुकर दे विच, शीशे दे विच, आईने दे विच अक्स हुंदा है। तैसे ही हर बसे निरंतर घट ही खोजो भाई। ये जो दो दृष्टांत दिते हैं, फुल दे विच महक दा और आईने दे विच अक्स दा, इसे प्रकार दे नाल परमात्मा निरंतर वस रहा है अपनी कायनात विच, अपनी सृष्टि दे विच। निरंतर का अर्थ होया एक रस, बिना किसी अंतर तो, निरंतर, बिना किसी अंतर तो, बिना किसी अंतराल तो, बिना किसी वित तो, बिना किसी वक्फे तो। परमात्मा बिना किसी वक्फे तो हर जगह ते वस रहा है। हर जगह ते वस रहा है तो साडे घट विच भी वस रहा है, साडे शरीर विच, साडे हिरदे विच, साडे अंतःकरण विच भी वस रहा है। घट ही खोजो भाई, हे मेरे वीर, उसनू अपने विच ही खोज। परमात्मा का सर्वनिवासी होने का अर्थ साफ हो गया कि कोई ऐसी जगह विशेष नहीं जिथे परमात्मा वसदा हो। असी ये नहीं कह सकते कि परमात्मा किसी खास शहर विच वस रहा है, किसी खास इमारत विच वस रहा है, या किसी सतवें आकाश ते वस रहा है। जे असी ये मन लीए कि परमात्मा सतवें आकाश ते वस रहा है, तो सानू ये मनना पएगा कि परमात्मा बाकी जगह ते नहीं वस रहा। जे असी ये मन लीए कि परमात्मा किसी खास शहर विच वस रहा है, तो सानू ये मनना पएगा कि बाकी शहरां दे विच, बाकी थावां उत्ते परमात्मा नहीं वस रहा। जे असी ये मन लीए कि परमात्मा किसी खास इमारत विच वस रहा है, कोई खास इमारत परमात्मा का घर है, परमात्मा का निवास स्थान है, तो सानू ये मनना पएगा कि बाकी दियां इमारतां विच, बाकी दियां थावां विच परमात्मा का निवास नहीं है। गुरबाणी ये सानू समझा रही है कि परमात्मा सर्वनिवासी है, यानी हर जगह ते वो मौजूद है। इसके बावजूद भी किसी भी जगह का, किसी भी थां का उसनू कोई दोष व्यापदा नहीं है, वो हर दोषां तो निर्लेप है, क्योंकि वो साडे हिरदे विच भी वस रहा है, साडे अंतःकरण विच भी वस रहा है। सानू उसकी खोज अपने अंदर ही करनी चाहिए है, ते उहदे वास्ते, खोज करने वास्ते, परमात्मा नूं ढूंढण वास्ते जंगल विच जाण दी कोई जरूरत नहीं। अगे महाराज कहते हैं, बाहर भीतर एको जानो, यह गुर ज्ञान बताई, जन नानक बिन आपा चीनै, मिटै ना भ्रम की खाई। बाहर अपने शरीर, अपने हिरदे, अपने अंतःकरण तो बाहर अते अंदर उस इको परमात्मा नूं जानो। यह गुरु ज्ञान बताई, गुरु दे ज्ञान ने सानू ये दस दिता कि बाहर भी अते अंदर भी वही परमात्मा निवास कर रहा है। जन नानक बिन आपा चीनै, मिटै ना भ्रम की काई। चीनै का अर्थ है समझना, पछाण लेना, जान लेना।
ਆਪਾਂ ਆਪਣਾ ਚੀਨਣ ਤੋਂ ਬਿਨਾਂ, ਆਪਾਂ ਆਪਣਾ ਪਛਾਣਨ ਤੋਂ ਬਿਨਾਂ ਭਰਮ ਦੀ ਕਾਈ ਨਹੀਂ ਮਿਟਦੀ। ਭਰਮ ਭੁਲੇਖਾ ਹੈ। ਕਾਈ ਮੈਲ ਹੈ। ਅਸੀਂ ਪਾਣੀ ਦੇ ਉੱਤੇ ਹਰੇ ਰੰਗ ਦੀ ਇੱਕ ਮੈਲ ਜਿਹੀ ਜੰਮੀ ਹੋਈ ਦੇਖਦੇ ਹਾਂ, ਉਸਨੂੰ ਕਾਈ ਆਖਦੇ ਹਨ। ਪਾਣੀ ਦੀ ਸਤਹ ਉੱਤੇ ਜਦੋਂ ਕਾਈ ਜੰਮ ਜਾਂਦੀ ਹੈ ਤਾਂ ਪਾਣੀ ਨਹੀਂ ਦਿਖਦਾ। ਪਾਣੀ ਵਿੱਚ ਦੋਸ਼ ਦਿਖਦਾ ਹੈ, ਜੇ ਕੁਝ ਪਾਣੀ ਦਿਖੇ ਵੀ। ਪਾਣੀ ਗੰਦਾ ਦਿਖਦਾ ਹੈ। ਜੇ ਅਸੀਂ ਉਸ ਕਾਈ ਨੂੰ ਹਟਾ ਦਿੰਦੇ ਹਾਂ, ਸਾਨੂੰ ਥੱਲੇ ਨਿਰਮਲ ਪਾਣੀ ਦਿਖਦਾ ਹੈ। ਜਦ ਤੱਕ ਅਸੀਂ ਭਰਮ ਦੇ ਵਿੱਚ ਪਏ ਹੋਏ ਹਾਂ, ਜਦ ਤੱਕ ਸਾਡੇ ਉੱਤੇ, ਸਾਡੀਆਂ ਅੱਖਾਂ ਅੱਗੇ ਭਰਮ ਦੀ ਕਾਈ ਜੰਮੀ ਹੋਈ ਹੈ, ਅਸੀਂ ਪਰਮਾਤਮਾ ਨੂੰ ਪਹਿਚਾਣ ਨਹੀਂ ਪਾਉਂਦੇ। ਇਹ ਕਾਈ ਤਾਂ ਹੀ ਹਟੇਗੀ ਜੇ ਅਸੀਂ ਆਪਣਾ ਆਪਾ ਪਹਿਚਾਣ ਲਵਾਂਗੇ। ਆਪਣਾ ਆਪਾ ਪਹਿਚਾਣਨ ਦਾ ਭਾਵ ਇਹ, ਅਸੀਂ ਇਹ ਜਾਣ ਲਵਾਂਗੇ ਕਿ ਸਾਡੇ ਅੰਦਰ ਵੀ ਪਰਮਾਤਮਾ ਵਸਦਾ ਹੈ। ਜਦੋਂ ਅਸੀਂ ਇਹ ਅਹਿਸਾਸ ਕਰ ਲਿਆ, ਜਦੋਂ ਸਾਨੂੰ ਗੁਰੂ ਦੇ ਗਿਆਨ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾ ਲਿਆ, ਗੁਰੂ ਦਾ ਗਿਆਨ ਸਾਡੇ ਹਿਰਦੇ ਵਿੱਚ ਵਸ ਗਿਆ, ਜਦੋਂ ਅਸੀਂ ਇਹ ਸਮਝ ਗਏ ਸਾਡਾ ਆਪਣਾ ਆਪ ਪਰਮਾਤਮਾ ਦਾ ਹੀ ਨਿਵਾਸ ਹੈ, ਪਰਮਾਤਮਾ ਸਾਡੇ ਵਿੱਚ ਹੀ ਨਿਵਾਸ ਕਰਦਾ ਹੈ, ਤਦ ਤੱਕ ਭਰਮ ਦੀ ਕਾਈ ਨਹੀਂ ਹਟੇਗੀ। ਜਦ ਤੱਕ ਇਹ ਕਾਈ ਨਹੀਂ ਹਟੇਗੀ, ਅਸੀਂ ਸੱਚਾਈ ਤੋਂ ਜਾਣੂ ਨਹੀਂ ਹੋ ਸਕਾਂਗੇ। ਭਰਮ ਦੀ ਕਾਈ ਹਟਾਉਣ ਵਾਸਤੇ ਗੁਰੂ ਦਾ ਗਿਆਨ ਸਾਡਾ ਆਸਰਾ ਹੈ। ਗੁਰੂ ਦਾ ਗਿਆਨ ਹੀ ਸਾਨੂੰ ਮਦਦ ਕਰਦਾ ਹੈ ਕਿ ਅਸੀਂ ਆਪਣਾ ਆਪ ਪਛਾਣ ਲਈਏ, ਜਿਸ ਨਾਲ ਭਰਮ ਦੀ ਕਾਈ ਦੂਰ ਹੋ ਜਾਂਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦਾ ਇਹ ਹੁਕਮ, ਇਹ ਸ਼ਬਦ ਪਵਿੱਤਰ ਸਾਨੂੰ ਇਹ ਸੋਝੀ ਕਰਾ ਦਿੰਦਾ ਹੈ ਕਿ ਪ੍ਰਮਾਤਮਾ ਦੀ ਭਾਲ ਵਾਸਤੇ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ। ਸਰਬ ਨਿਵਾਸੀ ਹੋਣ ਕਾਰਨ ਉਹ ਸਾਡੇ ਅੰਦਰ ਵੀ ਨਿਵਾਸ ਕਰ ਰਿਹਾ ਹੈ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਵੇ। ਕਿਸੇ ਹੋਰ ਥਾਂ ਤੇ ਤਾਂ ਜਾਈਏ ਨਾ, ਜੇ ਪ੍ਰਮਾਤਮਾ ਇੱਥੇ ਮੌਜੂਦ ਨਾ ਹੋਵੇ, ਕਿਉਂਕਿ ਪ੍ਰਮਾਤਮਾ ਸਰਬ ਨਿਵਾਸੀ ਹੋਣ ਕਰਕੇ ਸਾਡੇ ਹਿਰਦੇ ਵਿੱਚ, ਸਾਡੇ ਅੰਤःਕਰਣ ਵਿੱਚ ਮੌਜੂਦ ਹੈ। ਸਾਨੂੰ ਉਸ ਦੀ ਖੋਜ ਆਪਣੇ ਅੰਦਰ ਹੀ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਆਪ ਨੂੰ ਹੀ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਐਸਾ ਗਿਆਨ ਸਾਨੂੰ ਗੁਰੂ ਜੀ ਨੇ ਦਿੱਤਾ ਹੈ। ਐਨੀ ਵਿਚਾਰ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।